ਸਤਿ ਸ਼੍ਰੀ ਅਕਾਲ ਦੋਸਤੋ, ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼। ਦੋਸਤੋ, ਅੱਜ ਨਵਾਂ ਸ਼ਹਿਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਹੈ ਔਰ ਸਾਡਾ ਜਿੰਨੀ ਵਾਰ ਦਾ ਵੀ ਤਜਰਬਾ ਹੈ ਉਸ ਵਿੱਚ ਅਸੀਂ ਦੇਖਿਆ ਹੈ ਕਿ ਕੌਮੀ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਗੱਲ ਜਿਹੜੀ ਹੈ ਉਹ ਤਸੱਲੀ ਬਖਸ਼ ਸੁਣੀ ਜਾਂਦੀ ਹੈ ਅਤੇ ਦੋਵੇਂ ਧਿਰਾਂ ਸੈਟਿਸਫਾਈ ਹੁੰਦੀਆਂ ਨੇ। ਅੱਜ ਕੌਮੀ ਲੋਕ ਅਦਾਲਤ ਦੀ ਗੱਲ ਕਰੀਏ ਤਾਂ ਜਿਹੜੀ ਅੱਜ ਦੀ ਕੌਮੀ ਲੋਕ ਅਦਾਲਤ ਹੈ ਇਹ ਸੈਸ਼ਨ ਜੱਜ ਸਰਦਾਰ ਕਮਲਜੀਤ ਸਿੰਘ ਬਾਜਵਾ ਜੀ ਦੀ ਅਗਵਾਈ ਹੇਠ ਚੱਲੀ ਹੈ। ਇਸ ਵਿੱਚ 10 ਬੈਂਚ ਲਗਾਏ ਗਏ ਸਨ, 9 ਨਵਾਂ ਸ਼ਹਿਰ ਵਿੱਚ ਹੀ ਅਤੇ 1 ਬਲਾਚੌਰ ਵਿੱਚ। ਔਰ ਅੱਜ ਅਗਰ ਕੇਸਾਂ ਦੇ ਨਿਪਟਾਰਿਆਂ ਦੀ ਗੱਲ ਕਰਾਂ ਤਾਂ ਤਕਰੀਬਨ 2985 ਕੇਸਾਂ ਦੇ ਜਿਹੜੇ ਉਹ ਨਿਪਟਾਰੇ ਹੋਏ ਹਨ। ਸੈਸ਼ਨ ਜੱਜ ਸਰਦਾਰ ਕਮਲਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੌਮੀ ਲੋਕ ਅਦਾਲਤ ਦਾ ਮਨੋਰਥ ਰਾਜੀਨਾਮੇ ਸਮਝੌਤੇ ਰਾਹੀਂ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣਾ ਹੈ ਔਰ ਇਸ ਦੇ ਅੰਦਰ ਇਸ ਦੇ ਤਹਿਤ ਦੋਵੇਂ ਧਿਰਾਂ ਦਾ ਜਿਹੜਾ ਹੈ ਉਹਨਾਂ ਦਾ ਧਨ ਬਚਦਾ ਹੈ, ਉਹਨਾਂ ਦਾ ਸਮਾਂ ਬਚਦਾ ਅਤੇ ਆਪਸੀ ਰੰਜਿਸ਼ ਘੱਟਦੀ ਹੈ। ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿ ਇਹ ਕੌਮੀ ਲੋਕ ਅਦਾਲਤ ਲੱਗਦੀ ਕਿਵੇਂ ਆ। ਡਿਫਰੈਂਟ ਕੋਰਟਸ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਕਿਵੇਂ ਜੱਜ ਫੈਸਲੇ ਕਰਦੇ ਨੇ, ਕਿਵੇਂ ਦੋਨੋਂ ਧਿਰਾਂ ਨੂੰ ਡਿਟੇਲ ਨਾਲ ਸੁਣਦੇ ਨੇ। ਪਰ ਉਸ ਤੋਂ ਪਹਿਲਾਂ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਹੋਣਾ ਨਾਲ ਜਿਹੜੀ ਗੱਲਬਾਤ ਮੀਡੀਆ ਦੀ ਹੋਈ ਹੈ ਉਹ ਤੁਹਾਡੀ ਨਜ਼ਰ ਕਰਦੇ ਹਾਂ। ਆਓ ਸੁਣਦੇ ਹਾਂ ਸੈਸ਼ਨ ਜੱਜ ਕਮਲਜੀਤ ਸਿੰਘ ਬਾਜਵਾ ਹੋਣਾ ਦੇ ਵਿਚਾਰ। ਐਗਜ਼ੈਕਟਿਵ ਚੇਅਰਮੈਨ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਦੇਸ਼ ਭਰ ਵਿੱਚ ਜੋ ਹੈ ਮੈਗਾ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਹਿਤ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਵੀ 10 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਬੈਂਚ ਜੋ ਹੈ ਉਹ ਬਲਾਚੌਰ ਦੇ ਵਿੱਚ ਹੈ ਅਤੇ ਬਾਕੀ ਦੇ 9 ਬੈਂਚ ਜੋ ਨੇ ਉਹ ਨਵਾਂ ਸ਼ਹਿਰ ਵਿਖੇ ਸਥਾਪਿਤ ਕੀਤੇ ਗਏ ਨੇ। ਲੋਕ ਅਦਾਲਤਾਂ ਦਾ ਮੰਤਵ ਜੋ ਹੈ ਉਹ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆਂ ਦਿਵਾਉਣਾ ਹੈ ਔਰ ਇਸ ਦੇ ਨਾਲ ਮੁਕੱਦਮੇਬਾਜ਼ੀ ਘਟਦੀ ਹੈ ਔਰ ਲੋਕਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਵੱਧਦਾ ਹੈ। ਅੱਜ ਜੋ ਮਾਮਲੇ ਵਿਚਾਰੇ ਜਾ ਰਹੇ ਹਨ ਲੋਕ ਅਦਾਲਤਾਂ ਵਿੱਚ, ਉਹਨਾਂ ਦੀ ਕੁੱਲ ਗਿਣਤੀ 3108 ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ 2500 ਤੋਂ ਉੱਪਰ ਕੇਸਿਸ ਜੋ ਹੈ ਉਹਨਾਂ ਦਾ ਅੱਜ ਸੁਹਿਰਦਤਾ ਨਾਲ ਨਿਪਟਾਰਾ ਕੀਤਾ ਜਾਏਗਾ। ਇਸ ਦੇ ਵਿੱਚ ਗੰਭੀਰ ਫੌਜਦਾਰੀ ਮੁਕੱਦਮਿਆਂ ਨੂੰ ਛੱਡ ਕੇ ਜੋ ਆਮ ਫੌਜਦਾਰੀ ਮੁਕੱਦਮੇ ਨੇ ਔਰ ਹਰ ਤਰ੍ਹਾਂ ਦੇ ਦੀਵਾਨੀ ਮੁਕੱਦਮੇ ਨੇ, ਵਿਆਹ ਨਾਲ ਸੰਬੰਧਿਤ, ਤਲਾਕ ਨਾਲ ਸੰਬੰਧਿਤ, ਜਾਇਦਾਦ ਦੀ ਪਾਰਟੀਸ਼ਨ ਨਾਲ ਸੰਬੰਧਿਤ ਜਾਂ ਰੈਂਟ ਵਾਲੇ ਜੋ ਕੇਸਿਸ ਨੇ ਜਾਂ MACT ਕੇਸਿਸ ਨੇ, ਇਹਨਾਂ ਸਾਰੇ ਤਰ੍ਹਾਂ ਦੇ ਮੁਕੱਦਮਿਆਂ ਦਾ ਨਿਪਟਾਰਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਕਈ ਜਿਹੜੇ ਹੈ ਪ੍ਰੀ ਲਿਟੀਗੇਟਿਵ ਮਾਮਲੇ ਵੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਕਿ ਬੈਂਕਾਂ ਦੇ ਲੋਨ ਵਗੈਰਾ ਜਿਹੜੇ ਹੁੰਦੇ ਨੇ ਉਹ, ਜਾਂ ਜਿਵੇਂ ਕਈਆਂ ਦੇ ਬਿੱਲ ਖੜੇ ਹੁੰਦੇ ਨੇ ਬਿਜਲੀ ਦੇ, ਪਾਣੀ ਦੇ, ਉਹਨਾਂ ਵਿੱਚ ਵੀ ਇਹ ਨਿਪਟਾਰੇ ਜਿਹੜੇ ਨੇ ਉਹ ਵਿਚਾਰੇ ਜਾਂਦੇ। ਸਰ, ਲਾਸਟ ਟਾਈਮ ਅਸੀਂ ਦੇਖਿਆ ਤੇ ਸਕਰੀਨ ਤੇ ਵੀ ਜਿਹੜੇ ਮਸਲੇ ਹੱਲ ਕੀਤੇ ਗਏ, ਇਸ ਵਾਰ ਵੀ ਉਮੀਦ ਹੈ ਕਿ ਕੀ ਮਸਲੇ? ਪਿਛਲੀ ਵਾਰ ਸਾਡੇ ਕੋਲੇ ਕੁਝ ਇਸ ਤਰ੍ਹਾਂ ਦੇ ਸੀਗੇ ਮੁਕੱਦਮੇ ਜਿਨ੍ਹਾਂ ਦੇ ਵਿੱਚ ਕਿ ਮੁਦਈ ਜਿਹੜਾ ਸੀਗਾ ਉਹ NRI ਸੀ ਔਰ ਉਹ ਬਾਹਰ ਸੀਗਾ ਔਰ ਉਹਨਾਂ ਦਾ ਜਿਹੜਾ ਇੱਥੇ ਲਿਆਉਣ ਦਾ ਖਰਚਾ ਹੀ ਬਹੁਤ ਜ਼ਿਆਦਾ ਸੀਗਾ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਸੁਵਿਧਾ ਜਿਹੜੀ ਸੀ ਉਹਨਾਂ ਨੂੰ ਦਿੱਤੀ ਕਿ ਉਹ BC ਦੇ ਉੱਤੇ ਆਨਲਾਈਨ ਹੋ ਕੇ ਤੇ ਮੁਕੱਦਮਿਆਂ ਦਾ ਨਿਪਟਾਰਾ ਕਰਵਾ ਸਕਣ। ਇਸ ਵਾਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਕੁਝ ਐਸੇ ਜਿਹੜੇ ਸਾਡੇ, ਕਿਉਂਕਿ ਨਵਾਂ ਸ਼ਹਿਰ ਇੱਕ ਐਸਾ ਜ਼ਿਲ੍ਹਾ ਜਿਹਦੇ ਵਿੱਚ ਕਿ NRI ਜਿਹੜੇ ਨੇ ਬਹੁਤ ਜ਼ਿਆਦਾ ਨੇ, ਅਸੀਂ ਉਮੀਦ ਕਰਦੇ ਹਾਂ ਕਿ ਕੁਝ ਐਸੇ ਜਿਹੜੇ ਸਾਡੇ, ਕਿਉਂਕਿ ਨਵਾਂ ਸ਼ਹਿਰ ਇੱਕ ਐਸਾ ਜ਼ਿਲ੍ਹਾ ਜਿਹਦੇ ਵਿੱਚ ਕਿ NRI ਜਿਹੜੇ ਨੇ ਬਹੁਤ ਜ਼ਿਆਦਾ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ NRI ਹੋਣਗੇ ਉਹ ਅੱਜ ਜੋ ਨਿਪਟਾਰਾ ਕਰਵਾਉਣਗੇ BC ਦੇ ਨਾਲ, ਅਤੇ ਸਾਨੂੰ ਉਮੀਦ ਹੈ ਪੂਰੀ ਕਿ BC ਦੇ ਥਰੂ ਵੀ ਕੁਛ ਨਾ ਕੁਛ ਕੇਸਿਸ ਜਿਹੜੇ ਨੇ ਉਹ ਨਿਪਟਾਰਾ ਹੋਏਗਾ। ਬੋਲਣ ਨੂੰ ਜਿੰਨਾ ਮਰਜ਼ੀ ਬੋਲੀ ਜਾ, ਜੇ ਭਰਾਵਾਂ ਦੇ ਨਾਲ ਇਹਦੇ ਚੱਲਣਾ ਠੀਕ ਹੈ ਨਾ, ਟੱਬਰ ਦੀ ਨਹੀਂ ਲੋੜ, ਠੀਕ ਆ। ਮੈਂ ਤਾਂ ਹਜੇ ਵੀ ਚਾਹੁੰਦੀ ਹਾਂ 2 ਬੱਚੇ ਮੈਂ ਲੈ ਕੇ ਕਿੱਥੇ, ਮੈਂ ਆਪਣੇ ਮਾਪੇ ਦੇ 2 ਸਾਲ 2.5 ਸਾਲ ਹੋ ਗਏ ਬੈਠੀ ਹੈ, ਕਹਿੰਦਾ ਮੈਨੂੰ ਨਹੀਂ ਪਤਾ ਕਿੱਥੇ ਘੁੰਮਦੀ ਆ ਨਾ, ਮੇਰਾ ਕਿਸੇ ਨਾਲ ਕੋਈ ਸਵਾਲ ਨਹੀਂ, ਝੂਠ ਜਿੰਨਾ ਬੋਲਣਾ ਬੋਲ ਲਵੇ, ਮੈਨੂੰ ਨਹੀਂ ਕੋਈ ਹੈ ਨਾ। ਮੈਂ ਆਪਣੇ ਮਾਪੇ ਦੇ ਘਰ ਬੈਠੀ ਹਾਂ, ਮੇਰੇ ਮਾਪੇ ਨੇ ਬਹੁਤ ਸਮਾਨ ਦਿੱਤਾ ਹੈ, ਉਹ ਮੇਰਾ ਦੇ ਦੇਵੇ, ਸਾਰਾ ਸਮਾਨ ਮੇਰਾ ਉੱਥੇ ਹੀ ਪਿਆ। ਹੈਂਡੀਕੈਪਟ ਆਪਣਾ ਬ੍ਰਦਰ ਹੈ, ਬਸ ਉਹ ਜੋ ਕਰਦਾ ਉਹਨੂੰ ਰੋਟੀ ਦੇ ਸਕਦਾ, ਜਾਣੀ ਕਿ ਆਪਣੇ ਟੱਬਰ ਲਈ ਨਹੀਂ ਕੁਛ ਵੀ ਲੈ ਕੇ ਆ ਸਕਦਾ। ਟੱਬਰ ਇਹਦੇ ਲਈ ਕੋਈ ਮਹੀਨੇ ਨਹੀਂ, ਮੁੰਡਾ ਇਹ ਤੋਂ ਵੀ ਉੱਪਰ ਉੱਚਾ ਹੋ ਗਿਆ। ਵਿਆਹ ਨਹੀਂ ਹੁੰਦਾ 17 ਮਾਹ ਨੂੰ ਲੱਗ ਜਾਣਾ, ਦਸੰਬਰ ਦੀ 17 ਤਰੀਕ। ਹਾਂਜੀ, ਕਹਿੰਦਾ ਭਾਰ ਹੈ ਜਿਹੜਾ ਪਲਵਿੰਦਰ ਸਿੰਘ ਹੈ, ਇਹਨੇ ਮੇਰੇ ਘਰ ਦੀ ਬਰਬਾਦੀ ਕੀਤੀ ਉਹ ਪੂਰੀ ਤਰ੍ਹਾਂ ਦੀ। 18-20 ਲੱਖ ਦਾ ਮੇਰੇ ਸਮਾਨ ਕੱਢ ਗਿਆ, ਚੁੱਲ੍ਹਾ ਤੱਕ ਨਹੀਂ ਛੱਡਿਆ, ਮੇਰੇ ਕੋਲ ਚੁੱਲ੍ਹਾ ਹੀ ਆ। ਇਹ ਬੰਦੇ ਨੇ ਮਾਰ ਕੇ ਪੁਲਿਸ ਨੂੰ ਵੀ ਪੈਸੇ ਦੇ ਕੇ ਇਹਨਾਂ ਦੀ ਬਾਂਹ ਵੀ ਤੜਾਈ, ਉਹਨਾਂ ਦੀ ਕਿਸੇ ਨੇ ਕਾਰਵਾਈ ਨਹੀਂ ਕੀਤੀ। ਮੇਰੇ ਕੋਲ ਪੇਪਰ ਵੀ ਮੇਰੇ ਸਿਰ ਤੇ ਜੋੜ ਦੀ ਸ਼ੁਰੂਆਤ ਕੀਤੀ ਹੋਈ।
ਸਰ ਜੀ ਹਲੇ ਮੈਂ ਵੀ ਮੈਨੂੰ ਧਮਕੀ ਜਲੀਲ ਵੀ ਕਰਦਾ, ਕਹਿੰਦਾ 2 ਮਹੀਨੇ ਮੈਂ ਸਿੰਗਾਪੁਰ ਰੱਖੀ ਆ, 3 ਮਹੀਨੇ ਕਹਿੰਦਾ ਸੌਰੀ ਜਿਹਾ ਕਹਿੰਦਾ ਕਰਦਾ ਰਿਹਾ ਮੇਰੇ ਆਪ ਤੋਂ ਦਾਰੂ ਪਿਲਾ ਕੇ ਮੈਨੂੰ ਜ਼ਬਰਦਸਤੀ ਅੱਖਾਂ ਵਾਲੇ ਨੇ ਹਮਲਾ ਵੀ ਕੀਤਾ, ਦਾਰੂ ਵੀ ਪਿਲਾਈ ਆ, ਪੁਲਿਸ ਨੂੰ ਪੈਸੇ ਦੇ ਕੇ ਰਾਜੀਨਾਮਾ ਫੇਸਿੰਗ ਹੋ ਦਿੰਦੇ ਅਮਾਨਤ ਮੇਰੀ ਹਲੇ ਤੱਕ ਵੀ ਜਲੀਲ ਕਰਦੇ ਰਹੇ, ਉਹਨਾਂ ਦੀਆਂ ਜਨਾਨੀਆਂ ਤੱਕ ਵੀ ਮੈਨੂੰ ਜਲੀਲ ਕਰਦੇ ਰਹੇ, ਤੇਰੀ ਵਾਲੀ ਪੂਛ ਚੱਕੀ ਕਰਦੀ ਆ, ਉਹਨੂੰ ਪਤਾ ਬਾਤ ਦੱਸੋ ਜੀ ਮੈਂ ਕੀ ਆ ਸਰ ਇਸੇ ਕਰਕੇ ਮੈਂ ਪੁਲਿਸ ਤੋਂ ਕੋਲ ਪਵਿੱਤਰ ਸਿੰਘ ਇਸੇ ਹੀ ਨਾਲ ਰਿਹਾ ਸੀ ਨਾ ਦਿੱਦੜ ਕਲਾ ਦਾ ਜੀ, ਹੋਰ ਵੀ ਸ਼ਰੇਆਮ ਮੈਨੂੰ ਕਹਿੰਦਾ ਜਿਹੜਾ ਪੁਲਿਸ ਮੁਕਾਬਲਾ ਬਣਾ ਲੈਣਾ ਜੀ। ਮੈਨੂੰ 3-4 ਸਾਲ ਹੋ ਗਏ, 5 ਸਾਲ ਹੋ ਗਏ ਜੀ ਮੈਨੂੰ ਧੱਕੇ ਨਹੀਂ ਗਿਆ ਛਿੱਤਰ ਖਾਂਦੇ ਨੂੰ ਜੀ, ਵਿੱਚੇ ਪੁਲਿਸ ਤੋਂ ਤੇ ਵਿੱਚੀ ਨਾ ਤਾਂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਸਰ ਜੀ ਤੁਸੀਂ ਤਲਾਕ ਤਾਂ ਨਹੀਂ ਪਾਇਆ ਕਿ ਇਸ ਕੋਈ ਗੱਲ ਨਹੀਂ? ਮੈਂ ਤਲਾਕ ਤਾਂ ਨਹੀਂ ਪਾਇਆ। ਇਹਨੂੰ ਜੀ ਪੁਲਿਸ ਦੇ ਵਿੱਚ ਕਹਿਤਾ ਸੀ ਅਸੀਂ ਕਰਦੇ ਨਹੀਂ ਕਰਦਾ ਤਲਾਕ ਲੈਣਾ? ਨਹੀਂ ਇਹਨਾਂ ਨੇ ਵੀ ਕਿਹਾ ਹੀ ਸੀਗਾ ਸਰ ਜੀ, ਮੈਂ ਕੱਲੀ ਚਲੋ ਤੁਸੀਂ ਨਹੀਂ ਕਿਹਾ ਤਲਾਕ ਹਾਂਜੀ। ਲੈਣਾ, ਤੁਸੀਂ ਰਹਿ ਤਾਂ ਸਕਦੇ ਨਹੀਂ ਇਕੱਠੇ ਮਿਲ ਲਓ। ਫਿਰ ਸਰ ਜੀ ਇਦਾਂ ਆ ਵੀ ਮੇਰਾ ਸਮਾਨ ਚੁਕਾ ਦਿਓ, ਮੈਨੂੰ ਬਿਸ਼ੱਕ ਨਾ ਕੁਛ ਸਮਾਨ ਦੇਵੇ। ਤਾਂ ਤੇਰਾ ਮਿਲ ਜਾਏਗਾ। ਹਾਂਜੀ ਸਾਰਾ ਸਮਾਨ ਮੈਂ ਆਪਣਾ ਚੱਕਣਾ, ਜੋ ਮੇਰੇ ਮਾਪਿਆਂ ਨੇ ਦਿੱਤਾ ਸੀ ਪਿਆ ਸਾਰਾ। ਫਿਰ ਡਾਈਵੋਰਸ ਫਾਈਲ ਕਰ ਦੋ। ਡਿਵੋਰਸ ਫਾਈਲ ਕਰ ਲਓ, ਫਿਰ ਤੁਸੀਂ ਆਪਦਾ ਜ਼ਿੰਦਗੀ ਆਪਦੀ ਗੁਜ਼ਾਰੋ ਜਿੱਦਾਂ ਵੀ ਆਪਦੀ। ਬੋਲ ਵੀ ਅਜੀ ਜਿੱਦਾਂ ਜੀ ਰੈਡੀ ਮੇਰੀ ਗੱਲ ਸੀ ਪਹਿਲਾਂ ਜੇ 2018 ਜੇ ਨਹੀਂ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ ਤਾਂ ਫਿਰ ਤਾਂ ਨਾਲ ਚੱਲਣ ਦਾ ਕੋਈ ਫਾਇਦਾ ਨਹੀਂ। ਸਾਹਿਬ ਜੀ ਇਹ ਇੱਥੇ ਦਾ ਜੀ ਕਿੰਨੇ ਪਹੁੰਚਿਆ ਜਦੋਂ ਕੰਪਰੋਮਾਈਜ਼ ਦੇ ਬਾਅਦ ਦੇ ਵਿੱਚ ਉਹ ਕੁਲਵਿੰਦਰ ਸਿੰਘ ਨਾਲ ਲਿਸਨ ਮੇਰੇ ਘਰ ਦੇ ਵਿੱਚ ਕਬਜ਼ਾ ਕੀਤਾ ਜੀ 6 ਮਹੀਨੇ ਨੂੰ ਜੀ। ਮੈਂ ਦੱਸੋ ਕੀ ਕਰਾਂ, ਮੈਨੂੰ ਘਰੋਂ ਬਾਹਰ ਕੱਢਿਆ ਸੀ, ਮੈਂ 3 ਮਹੀਨੇ ਕਮਰਾ 'ਚ ਰਹਿ ਕੇ ਗੁਜ਼ਾਰਿਆ ਜੀ। ਦੱਸੋ ਮੈਂ ਕਿਹਨੂੰ ਕਹਾਂ, ਪਲੀਜ਼ ਮੇਰੀ ਨਹੀਂ ਸੁਣਦੀ। ਬਿਲਕੁਲ ਠੀਕ ਹੈ ਤੇਰੀ ਗੱਲ। ਜੇ ਹੁਣ ਆਪਾਂ ਸਿਰੇ ਚੜ ਸਕਦੇ ਆ ਸਾਹਿਬ ਜੀ ਦੇਖੋ ਮੈਂ ਅੱਕ ਕੇ ਆ ਕੰਮ ਕੀਤਾ, ਹਾਂ। ਮੈਨੂੰ ਸ਼ਰੇਆਮ ਆਲੇ ਉਹਨਾਂ ਦੀਆਂ ਬੁੜੀਆਂ ਵੀ ਉਹ ਵੀ ਜਲੀਲ ਕਰਦੇ ਆ ਜੀ। ਮੈਂ ਦੱਸੋ ਕਿਹਨੂੰ ਦੱਸਾਂ ਸਰ ਜੀ ਮੈਂ ਉਹਨਾਂ ਦੀ ਦੱਸ- ਉਹਦੀ ਮੈਂ ਜੀ ਤੂੰ ਵੀ ਦੱਸ ਮੈਨੂੰ ਵੀ ਰਿਸ਼ਤਾ ਰੱਖਣਾ ਚਾਹੁੰਦੀ ਹੈ ਕਿ ਦੇਖੋ ਸਰ ਜੀ ਹੁਣ ਤੁਸੀਂ ਵੀ ਦੇਖੋ 2 ਬੱਚੇ ਆ ਹਨਾ, 2 ਬੱਚੇ ਲੈ ਕੇ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਹਨਾ। ਹੁਣ ਤਾਂ ਚਲੋ ਮੈਂ ਆਪਣੇ ਮਾਪੇ ਦੇ ਘਰ, ਮਾਪੇ ਮੇਰੇ ਹੈਗੇ ਆ ਹਨਾ, ਬੈਠੀ ਆ, ਚਲੋ ਬੈਠੀ ਆ ਮੈਂ। ਤੇ ਹੁਣ ਜਾਨੀ ਕਿ ਇਹ ਤਾਂ ਕਹਿੰਦੇ ਵੀ ਘਰ ਵੀ ਹੈ ਨਹੀਂ, ਲੈਂਟਰ ਪਿਆ 5-6 ਮੰਨਿਆਂ 'ਚ ਘਰ ਬਣਿਆ ਆ। ਉਹ ਜਾਨੀ ਕਿ ਜਿਹੜਾ ਹੈਂਡੀਕੈਪਡ ਭਰਾ ਆ ਉਹਨੂੰ ਉੱਥੇ ਰੱਖ ਸਕਦਾ ਆ, ਜਾਨੀ ਕਿ ਸਾਡੇ ਲਈ ਕੁਛ ਹੈ ਨਹੀਂ, ਨਿਆਣੇ ਵਾਲੀ ਦੇ ਲਈ ਕੁਛ ਹੈ ਨਹੀਂ। ਤੁਸੀਂ ਦੱਸੋ ਮੈਨੂੰ, ਜਾਂ ਤਾਂ ਉੱਥੋਂ ਮੈਨੂੰ ਦਵਾਵੋ, ਮੈਂ ਉੱਥੇ ਜਾ ਕੇ ਰਹੂੰਗੀ। ਤੇ ਮੈਂ ਇਦਾਂ ਨਹੀਂ ਫਿਰ ਤਲਾਕ ਦੇਣਾ, ਇਸੇ ਗੱਲ ਤੇ ਆਇਆ ਵੀ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ ਬੱਚੇ ਲੈ ਕੇ ਹਨਾ। ਨਹੀਂ ਹੁਣ ਤੇਰਾ ਮੁੰਡਾ ਜਵਾਨ ਹੋ ਰਿਹਾ ਤਾਂ ਹਾਂਜੀ। ਉਹਨੇ ਵੀ ਉਹਦਾ ਵੀ ਵਿਆਹ ਵੀ ਕਰੇਂਗੀ। ਹਾਂਜੀ। ਉਹਨੇ ਨੌਕਰੀ ਲੱਗ ਜਾਣਾ ਕਿਤੇ। ਹਾਂਜੀ। ਤੇਰਾ ਜੀਵਨ ਤਾਂ ਵਧੀਆ ਨਿਕਲ ਜੂਗਾ, ਕੋਈ ਐਸੀ ਗੱਲ ਨਹੀਂ ਹੈ। ਹਾਂਜੀ ਉਹ ਤਾਂ ਚਲੋ ਇਸ ਰਿਸ਼ਤੇ ਨੂੰ ਘੜੀਸਣ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਤੁਹਾਨੂੰ ਯਕੀਨ ਨਹੀਂ ਰਿਹਾ। ਚਲੋ ਉਹ ਤਾਂ ਚਲੋ ਸਰ ਮੈਂ ਮੰਨਦੀ ਆ, ਚਲੋ ਠੀਕ ਉਹ ਆ ਤੇਰੇ ਤੇ ਨਾ। ਇਲਜ਼ਾਮ ਲਾਈ ਜਾਂਦਾ ਵੀ ਹਾਂਜੀ। ਤੂੰ ਗਲਤ ਹੈ, ਇਹ ਤੂੰ ਇਹਦੇ ਤੇ ਇਲਜ਼ਾਮ ਲਾਈ ਜਾਂਦੀ ਵੀ ਇਹ ਗਲਤ ਹੈ। ਹਾਂਜੀ। ਤੇ ਜਦੋਂ ਯਕੀਨ ਨਹੀਂ ਰਿਹਾ ਆਪਸ ਦੇ ਵਿੱਚ ਉਧਰ ਉਧਰੀ ਤਾਂ ਫਿਰ ਫਾਇਦਾ ਕੋਈ ਨਹੀਂ ਹੈ। ਚਲੋ ਨਹੀਂ ਸਰ ਠੀਕ ਆ, ਮੈਂ ਤਲਾਕ ਦਾ ਕਰ ਲੈਣੇ ਆ। ਤੇ ਬਾਕੀ ਜਿਹੜਾ ਮੇਰਾ ਸਮਾਨ ਆ, ਮੇਰੀ ਇਹੀ ਰਿਕੁਐਸਟ ਆ, ਮੈਂ ਉਹ ਸਾਰਾ ਲੈਣਾ ਆ। ਇਹ ਤਾਂ ਕਹਿੰਦੇ ਜਾਨੀ ਕਿ ਸਾਰਾ ਲੈ ਆਏਗੇ, ਸਾਰਾ ਮੇਰਾ ਸਮਾਨ ਉੱਥੇ ਹੀ ਪਿਆ ਆ। ਮੇਰੇ ਗਹਿਣਾ ਕੱਟਾ ਜੋ ਵੀ 18 ਸਾਲ ਹਾਂਜੀ, ਸਾਰਾ ਹੀ ਠੀਕ ਹੈ। ਮੇਰੀਆਂ ਤੇਰਾ ਟਾਈਮ ਲੰਘ ਗਿਆ, ਹੁਣ ਆਉਣ ਮੇਰੇ ਵਾਲੇ 13-14 ਸਾਲ 15 ਹੋ ਗਏ ਆ। ਆਉਣ ਵਾਲੇ ਟਾਈਮ ਦੇ ਜਿਹੜੀਆਂ ਹੈਗੀਆਂ ਉਹ ਮੈਂ ਕਰਨਾ ਜੀ। ਉਹ ਮੈਂ ਐਜ ਸਟੇ ਕਰਕੇ ਸਰ ਮੈਂ ਫਾਈਲ ਕਰਵਾ ਫਾਈਲ ਕਰ ਲੂੰਗਾ। ਉਹ ਮੈਂ ਸਰ ਇਹ ਯਾਰ ਤੁਹਾਨੂੰ ਅਵਾਰਡ ਦੀ ਕਾਪੀ ਵੀ ਵਾਪਸ ਕਰ ਦਾਂਗੇ। ਜੇ ਅਟੈਚਮੈਂਟ ਹੋਏਗੀ ਤਾਂ ਉਹਨੂੰ ਵੀ ਕੰਟੈਕਟ ਕਰ ਦੇਵਾਂਗੇ ਨਾ। ਠੀਕ ਹੈ ਹਾਂ ਬੈਠ ਕਰਕੇ ਹਾਂ ਇਹੀ ਅਸਲ ਜਿਹੜੀ 17 ਆਈਆਂ ਉਹ ਰੱਖੀ ਨਾ ਨਵੀਆਂ ਹੁਣ ਸਾਰੀਆਂ ਜਿਨ੍ਹਾਂ ਦੇ ਕੰਪਲਾਈਂਸ ਮੁਝੇ 6 ਡੇਟਾ 5 ਪੈ ਗਈਆਂ ਤਾਂ ਉਹ ਵਾਪਸ ਹੀ ਲੈ ਲਓ ਤੁਸੀਂ। ਦੇਖ ਲਓ 17 ਵਾਲੀ ਤੇ ਮੈਂ ਦੇਖਣਾ ਨਹੀਂ ਹੈ। 17 ਵਾਲੀ ਸਰ ਮੈਂ ਲੈ ਲੂੰਗਾ। ਦੇਖਣਾ ਨਹੀਂ ਹੈ, ਸਾਡੇ ਸਾਹਮਣੇ ਮੈਂ ਗੱਲ ਕਰਕੇ ਕਰ ਲਓ ਡਿਸਪੋਜ਼ਲ ਵੈਲਿਊ ਯਾਰ ਸਰ। ਮੈਂ ਹੀ ਸਾਰੇ ਇਹਨਾਂ ਨੂੰ ਕਿਹਾ ਸੀ ਸਪੈਸ਼ਲ ਵੀ ਮੈਂ ਕਿਹਾ ਸਰ ਨੇ ਆਣਾ ਤੇ ਮੈਂ ਸਾਡੇ ਸਾਹਮਣੇ ਤੁਹਾਡੀਆਂ ਫਾਈਲਸ ਰੱਖਣੀਆਂ। ਨਹੀਂ ਨਹੀਂ ਕੋਈ ਨਹੀਂ ਕਰ ਲਾਂਗੇ। ਇੱਕ ਤਾਂ ਸਰ ਦੇਖੋ ਮੈਂ ਉਹ ਤੁਹਾਨੂੰ ਦੱਸ ਦਿੰਦਾ, ਜਿਨ੍ਹਾਂ ਦੀ ਤਾਂ ਤੁਹਾਡੀ ਲਿਮਿਟੇਸ਼ਨ ਹੈਗੀ ਹੈ ਠੀਕ ਹੈ ਸਰ। ਲਿਮਿਟੇਸ਼ਨ ਤਾਂ ਸਾਰਿਆਂ ਦੀ ਸਾਰੇ ਹੈਗੀ ਹੈ ਫਿਰ ਕੱਟ ਦਿਓ, ਫਿਰ ਕੋਈ ਦਿੱਕਤ ਨਹੀਂ। ਜੇ ਲਿਮਿਟੇਸ਼ਨ ਕਿਸੇ 'ਚ ਰਹਿੰਦੀ ਨਹੀਂ ਹੈਗੀ ਉਹ ਰਹਿਣ ਦਿਓ, ਉਹਨਾਂ ਦੇ ਲਿਮਿਟੇਸ਼ਨ ਵਾਲੇ ਸਾਡੇ ਕਰਨਾ ਸਰ। ਇੱਕ ਤਾਂ ਸਰ ਇੱਕ ਮਿੰਟ ਬੈਠ ਜੀ। ਇੱਕ ਇੱਕ ਸਰ ਪ੍ਰਿੰਸ ਸਾਹਿਬ ਨਾਲ ਸੀ ਜਿਹੜਾ ਸਰ ਪਾਰਟੀ ਆਈ ਵੀ ਸਾਡੀ ਇੱਕ ਸਰ ਲਾਸਟ ਲੋਕ ਅਦਾਲਤ ਦੇ ਵਿੱਚ ਵੀ ਸੀ ਕਿ ਵਾਈਫ ਨੇ ਤੇ ਆਪਣੇ ਥਰਡ ਪਾਰਟੀ ਨੇ ਲੋਨ ਲਿਆ ਗਿਆ ਸੀ, ਗਰੰਟਰ ਸੀ, ਕੋਈ ਨਹੀਂ ਨਹੀਂ ਸਰ ਨਹੀਂ ਡਿਗਰੀ ਪਾਸ ਹੋਈ ਹੋਈ ਜਨਾਬ ਦੇ ਸੀ। ਕੋਲ ਹੀ ਜਨਾਬ ਨੇ ਸਰ ਉਹਦੇ ਵਿੱਚ ਗੱਲ ਕੀਤੀ ਸੀ ਕਿ ਮੈਨੇਜਰ ਸਾਹਿਬ ਨਾਲ ਸਰ ਉਹਦੇ ਵਿੱਚ ਹਸਬੰਡ ਵਾਈਫ ਦਾ ਡਿਸਪਿਊਟ ਹੋ ਗਿਆ ਸੀ ਹੈਗਾ ਐਫਡੀ ਕਰਾਈ ਸੀ। ਐਫਡੀ ਵਿੱਚੋਂ ਸਰ ਹਸਬੰਡ ਪੇਮੈਂਟ ਲੈ ਗਿਆ ਸੀ ਮੈਚੋਰਟੀ ਦੇ ਟਾਈਮ ਤੇ ਵਾਈਫ ਨੇ ਮੁੜ ਕੇ ਸਰ ਬੈਂਕ ਲੈਣ ਗਈ, ਉਹ ਕਹਿੰਦਾ ਹਸਬੰਡ ਲੈ ਗਈ ਪੇਮੈਂਟ ਲੈ ਕੇ ਸਰ ਤੇ ਬੈਂਕ ਨੇ ਮੁੜ ਕੇ ਸਰ ਕਹਿੰਦੇ ਵਾਈਫ ਨੇ ਸਰ ਕੇਸ ਫਾਈਲ ਕਰ ਦਿੱਤਾ ਉਹ ਡਿਗਰੀ ਹੋ ਗਿਆ ਐਕਸ ਪਾਰਟੀ ਸ਼੍ਰੀ ਨੋਬਲ ਅਸੀਂ ਬਾਹਰ ਦੀ ਹੀ ਓਕੇ
ਉਸ ਤੋਂ ਬਾਅਦ ਸਰ ਅਸੀਂ ਵੀ ਜੋ ਸੈਟ ਸਾਡੀ ਸਰ ਹੋਈ ਨਹੀਂ ਹੈਗੀ, ਉਹ ਜਨਾਬ ਦੇ ਕੋਲ ਪਈ ਸੀ ਤੇ ਇਨ ਬਿਟਵੀਨ ਸਰ ਲੋਕ ਅਦਾਲਤ ਦੇ ਵਿੱਚ ਰੱਖੀ ਗਈ ਸੀ। ਉਹਦੇ ਵਿੱਚ ਸਰ ਸੈਟਲਮੈਂਟ ਹੋ ਗਿਆ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ 8 ਲੱਖ ਅਸੀਂ ਲਿਆ, 8 ਲੱਖ ਦੀ ਵਾਪਸ ਕਰ ਦਿੰਦੇ ਹਾਂ। ਜੇ ਗਲਤ ਲਿਆ ਹੋ ਗਿਆ ਪਰ ਲਿਆ ਤਾਂ ਚਲੋ ਠੀਕ ਸੀ ਹੈਗਾ, ਕਿਉਂਕਿ ਐਫਡੀ ਦੀ ਟਾਈਮ ਉਹ ਮੈਚੁਰਿਟੀ ਉੱਪਰ ਆਪਾਂ ਲੈ ਸਕਦੇ ਸੀ ਤੇ ਉਹ ਸਰ 9 ਲੱਖ ਦੇ ਰਾਜਨਾਮਾ ਹੋ ਗਿਆ ਸਰ ਤੇ 2 ਲੱਖ ਸਰ ਪੇਮੈਂਟ ਅਸੀਂ ਕਰ ਦਿੱਤੀ ਹੈ ਜੀ, ਉਹਨਾਂ ਨੇ ਕਢਾ ਵੀ ਲਈ ਹੈ ਬੈਂਕਾਂ ਨੇ ਤੇ 7 ਲੱਖ ਸਰ ਰਿਮੇਨਿੰਗ ਹੈਗਾ ਸੀ। ਅਸੀਂ ਉਹਨੂੰ ਕਿਹਾ ਸੀ 31 ਦਸੰਬਰ ਤੱਕ ਸਾਨੂੰ ਟਾਈਮ ਦੇ ਦੇਣ, ਇਹਦੇ ਵਿੱਚ ਅਸੀਂ ਤੁਹਾਨੂੰ ਜਿਹੜੇ 7 ਲੱਖ ਪੇਮੈਂਟ ਕਲੀਅਰ ਕਰ ਦਵਾਂਗੇ, ਕਿਉਂਕਿ ਅੱਜ ਬਿਆਨ ਦੇ ਦਿੰਦੇ ਬਿਆਨ ਦੇ ਦਿਓ। 2 ਲੱਖ ਰੁਪਏ ਸਰ ਦੇਤਾ ਜੀ, ਉਹ ਬੈਂਕ ਨੇ ਕੈਸ਼ ਕਰਾ ਲਿਆ ਜੀ। ਹਾਂਜੀ ਸਰ ਉਹ ਕਰਕੇ ਉਹਦੇ ਚ ਸਾਡਾ ਜੇ ਬਿੱਲ ਅਲਾਉ ਹੋਊਗੇ ਦੈਨ 9/13 ਵੀ ਅਲਾਉ ਹੋਊਗੇ ਜੀ। 9/13 ਅਲਾਉ ਹੋਣ ਤੋਂ ਬਾਅਦ ਫਿਰ ਉਹ ਆਪਣਾ ਸਿਵਲ ਸੂਟ ਕੇ ਵਾਪਸ ਲੈਣਗੇ ਤਾਂ ਹੀ ਸੈਟਲ ਹੋਊਗਾ। ਇੱਕ ਮੈਟਰ ਫਿਰ ਡੀਆਰਟੀ ਦੇ ਵਿੱਚ ਆਲਰੇਡੀ ਚੱਲਦਾ ਪਿਆ ਜੀ ਹੈਗਾ, ਉਹ ਸਾਡਾ ਸਰ ਸਟੇ ਹੋਇਆ ਪਿਆ ਜੀ। ਬਿਆਨ ਦੇ ਦਿਓ ਸਰ ਕਿਸੇ ਦਾ ਠੀਕ ਹੈ। ਕਿੱਥੇ ਹੈਗਾ ਬੰਦਾ ਬੁਲਾਇਆ? ਮਨੀਸ਼ ਭਾਮੀ ਨੂੰ ਬੁਲਾਈ ਰਸੀਦ ਤੋਂ ਨਹੀਂ जो भी बैंक का ब्याज होगा आई एम रेडी टू पे मेरे स्टेटमेंट साफ बाकी मैं कुछ नहीं आ रहा तो एबीसी का ट्राई करेंगे अगर रेट लगा 12 पाई है स्टॉक बना मंगलवार दिन बाकी डेट पीछे चल रही हां जी ਹਾਂਜੀ ਬਾਬਾ ਜੀ ਦੱਸੋ। ऐसा करने तो गवर्नमेंट की पैसा कैसी दे दे जमा कराने करना फिर चाकरी दिता है ब्याज में 2 लाख रुपया ब्याज है 40 लाख दिता है अपना मैंने तो वही कापी से चाड़े है मैंने घर का कटा सा है जिन्ना दिन की जमा करा फिर ਇਹਨਾਂ ਨੇ 2-3 ਪਰਲੋਡ ਵੀ ਬਣਾਇਆ ਹੋਇਆ ਉਹ ਵੀ ਲਾਇਆ ਹੋਇਆ वो फिर खाना का पैदा है यदि कोई नहीं ज़्यादा पैसा देता तो उसको खाना का पैदा ही चाहे फूका अगला बुक कर दे बेची कर लेना मुंडा मेरा 100 तो 73 मुंडे अच्छा कल मिर्चा खाली मिली जाती अजी कहते कि जागते जाग पैसे ज़्यादा रखने को पैसे और 2 ट्रैक्टर मशीन ले जीरो करा लिया गया वीजा रेट सारा सामान अपना बना लिया मैं कहना बहुत थोड़े पैसे दिए जाता उसको ब्याज नहीं दिता जाता आर के जब मेरी कोठी होने लगी 40,000 रुपया देखो कापी जमा 50 मैंने चक के दिता है 50,000 का जो कागज हुआ वो भी अगले मैंने लिख के दिता अरे 50,000 का मनीता बोल
ਤੇ ਤੁਸੀਂ ਹੁਣ ਚਲਾਣਾ ਮੰਮੀ ਪਾਪਾ ਦਾ। ਹਾਂ ਤੁਸੀਂ ਇਹਨਾਂ ਦਾ ਬੇਟੇ ਮੰਮੀ ਪਾਪਾ ਦਾ ਤੁਸੀਂ ਚਲਾਣਾ ਹੁਣ, ਇਹਨਾਂ ਨੂੰ ਲੜਨ ਨਹੀਂ ਦੇਣਾ, ਇਹਨਾਂ ਨੂੰ ਕਹਿਣਾ ਪ੍ਰੋਪਰਲੀ ਬਿਹੇਵ ਕਰਨਾ, ਕਹਿੰਦੇ ਹੋ ਨਾ? ਇਹ ਫੈਮਿਲੀ ਹੈ ਜਿਹੜੀ ਪਿਛਲੇ 8 ਸਾਲ ਤੋਂ ਅੱਡ ਰਹਿ ਰਹੇ ਸਨ। ਬੇਟੀ ਹੈ ਇਹਨਾਂ ਦੀ, ਆਪਸ 'ਚ ਇਹਨਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਔਰ ਇਹ ਹੁਣ ਪਿਛਲੇ 10 ਦਿਨ ਤੋਂ ਇਕੱਠੇ ਰਹਿ ਰਹੇ ਔਰ ਹੁਣ ਇਹਨਾਂ ਦਾ ਆਪਸ ਦੇ ਵਿੱਚ ਰਾਜ਼ੀਨਾਮੇ ਦੇ ਮੁਤਾਬਕ ਇਹਨਾਂ ਨੇ ਆਪਦੀ ਜ਼ਿੰਦਗੀ ਇਕੱਠੇ ਰਹਿ ਕੇ ਬਤੀਤ ਕਰਨ ਦਾ ਫੈਸਲਾ ਕੀਤਾ। ਸੋ ਇਹ ਇੱਕ ਸਕਸੈਸ ਸਟੋਰੀ ਹੈ ਸਾਡੀ ਮੈਗਾ ਲੋਕ ਅਦਾਲਤ ਦੀ ਅੱਜ ਦੀ। ਨਹੀਂ ਸਰ, ਮੈਂ ਸਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਸਾਡਾ ਘਰ ਬਸਾ। ਇਹ ਤੁਹਾਡਾ ਕਿੰਨੇ ਚਿਰ ਤੋਂ ਚੱਲਦਾ ਸੀ? ਸਰ 8 ਸਾਲ ਹੋ ਗਏ ਸਰ। 8 ਸਾਲ ਤੋਂ। ਹਾਂਜੀ। ਕਿਹੜਾ ਪਿੰਡ ਆਪਣਾ? ਸਾਡੇ ਪਿੰਡ ਮੌਸਾ ਹੋਵੇ ਉੱਧਰ ਬਾੜਵੇਂ ਜਾਣਾ ਪੇਕੇ। ਸਹੁਰੇ ਕਿੱਥੇ? ਮੌਸਾ ਸਰ। ਮੰਮੀ ਪਾਪਾ ਇਕੱਠੇ ਹੋ ਗਏ, ਅੱਛਾ ਲੱਗ ਰਿਹਾ ਹੈ? ਹਾਂਜੀ। ਵੈਰੀ ਗੁੱਡ। ਤੁਸੀਂ ਕਰਦੇ ਹੋ ਇਹਨੇ ਅਮਾਊਂਟ ਦੇ ਨਾਲ ਕਰ ਰਹੇ ਠੀਕ ਹੈ। ਤੁਹਾਡਾ ਫਿਰ ਆਪਾਂ ਅਵਾਰਡ ਪਾਸ ਕਰਦੇ ਹਾਂ 31 ਜਨਵਰੀ ਤੱਕ ਕਹਿ ਰਹੇ ਕਿ ਪੇਮੈਂਟ ਕਰ ਦਾਂਗੇ। ਇਹ ਕਿੰਨੇ ਵਿੱਚ 2.5 ਲੱਖ 2.10 ਸਰ ਇਹ ਸਾਡੇ ਆ ਤੇ ਕਿਸਾਨ ਕ੍ਰੈਡਿਟ ਜਿਹਨਾਂ ਨੇ ਲੋਨ ਲਿਆ ਮੇਰੇ ਫਾਦਰ ਸਾਹਿਬ ਦਾ ਲੋਨ ਆ ਉਹ ਡੈਥ ਹੋ ਗਈ ਉਹਨਾਂ ਦੀ 2,10,000 ਦੀ ਸਰ ਇੱਕ ਹੈ 138 ਦਾ। ਹਾਂਜੀ ਸਰ ਸੇਮ ਥਿੰਗ ਪਰ ਹਾਂਜੀ ਤੁਹਾਡੇ 2 ਕੇਸਿਸ ਚੱਲ ਰਹੇ 138 ਦੇ ਚੈੱਕ ਦੇ ਕੇਸ ਤੁਹਾਡੇ 2 ਚੱਲਦੇ ਪਏ ਆ। 2 ਚੈੱਕ ਲੱਗੇ ਹੋਏ ਆ, ਇੱਕ 75,000 ਦਾ ਤੇ ਉਹਦੇ ਵਿੱਚ 75,000 ਦਾ ਪੇਮੈਂਟ ਦੇਣ ਨੂੰ ਤੁਸੀਂ ਰੈਡੀ ਹੋ? ਨਾ ਹੋ ਗਈ ਸੀ ਚੈੱਕ। ਕਿੰਨੀ ਦੇਰ ਤੱਕ ਪੇਮੈਂਟ ਕਰ ਦਵੋਗੇ? ਜਿੱਦਣ ਜਾਂ ਕਚਹਿਰੀਆਂ ਖੁੱਲ ਜਾਣੀਆਂ ਰਜਿਸਟਰੀ ਸੇਫਟੀ ਕਰਵਾਉਣੀ ਹੈ। ਰਜਿਸਟਰੀ ਕਰਾਉਣੀ ਹੈ ਜੀ। ਰਜਿਸਟਰੀ ਸੇਫਟੀ ਉਹਨਾਂ ਨੇ ਆਪਣੀ ਸੇਲ ਕਰਕੇ ਪ੍ਰੋਪਰਟੀ ਤੇ ਫਿਰ ਪੇਮੈਂਟ ਇਹਨਾਂ ਨੂੰ ਕਰਨੀ ਹੈ। ਇੱਧਰ ਤੇ 1.5 ਲੱਖ ਹੀ ਹੈ ਇਹਨਾਂ ਦੀ। ਠੀਕ ਹੈ ਸਰ, ਹੋ ਤਾਂ ਗਿਆ ਮਗਰ ਅੱਜ ਵਿਥਡਰਾ ਨਹੀਂ ਹੋ ਪਾਉਣਾ। ਓਕੇ ਡੇਟ ਜਾਏਗਾ। ਦੇਖੀ ਤੁਸੀਂ ਪੂਰੀ ਵੀਡੀਓ ਔਰ ਸਪੈਸ਼ਲੀ ਉਹ ਹਿੱਸਾ, ਉਹ ਪਾਰਟ ਜਿਸ ਵਿੱਚ ਸੈਸ਼ਨ ਜੱਜ ਸਰਦਾਰ ਕਮਲਜੀਤ ਸਿੰਘ ਬਾਜਵਾ 8 ਸਾਲਾਂ ਤੋਂ ਅੱਡ ਰਹਿ ਰਹੇ ਹਸਬੈਂਡ ਵਾਈਫ ਨੂੰ ਮੁੜ ਤੋਂ ਇਕੱਤਰਿਤ ਕਰ ਦਿੰਦੇ ਹਨ। ਉਸ ਵੀਡੀਓ ਵਿੱਚ ਛੋਟੀ ਬੱਚੀ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਉਂਦੀ ਹੈ ਉਹ ਸੱਚੀ ਰੂਹ ਨੂੰ ਬਹੁਤ ਤਸੱਲੀ ਦਿੰਦੀ ਹੈ। ਇਹੀ ਖੂਬਸੂਰਤੀ ਹੈ ਕੌਮੀ ਲੋਕ ਅਦਾਲਤ ਦੀ। ਇਸੇ ਕਰਕੇ ਕਿਹਾ ਸੀ ਇਹ ਕੌਮੀ ਲੋਕ ਅਦਾਲਤ ਜਿਹੜੀ ਦੋਵਾਂ ਧਿਰਾਂ ਦੀ ਰੰਜਿਸ਼ ਘਟਾਉਂਦੀ ਹੈ। ਦੋਸਤੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਦੱਸ ਦੇਣੇ ਨੇ। ਹੁਣ ਵੇਲਾ ਇਜਾਜ਼ਤ ਆ। ਆਪਣੇ ਛੋਟੇ ਵੀਰ ਤਨੀਸੂਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਬਣੇ ਰਹਿਣਾ ਪੀਪਤੀ ਨਵਾਂ ਸ਼ਹਿਰ ਨਾਲ। ਸਤਿ ਸ਼੍ਰੀ ਅਕਾਲ।